ਡਾਕਟਰ ਚੀਮਾ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਦੇ ਮੁੱਖ ਮੰਤਰੀਆਂ ਤੇ ਸਾਧੇ ਨਿਸ਼ਾਨੇ। ਪਰ ਜਿਸ ਤਰ੍ਹਾਂ ਦੇ ਇਸ਼ਾਰੇ ਦਿੱਤੇ ਜਾ ਰਹੇ ਆ ਕਿ ਤੁਸੀਂ ਫਲਾਣੀ ਗਰਾਊਂਡ 'ਚ ਬੈਠ ਜਾਓ, ਇਸ ਤਰ੍ਹਾਂ ਬੈਠ ਜਾਓ, ਉਹਦਾ ਮਤਲਬ ਹੈ ਕਿ ਗਵਰਨਮੈਂਟ ਟਾਈਮ ਟਪਾਉਣਾ ਚਾਹੁੰਦੀ ਹੈ। ਪਰ ਕਿਸਾਨਾਂ ਦਾ ਪਹਿਲਾਂ ਹਰਿਆਣੇ ਨੇ ਤਸ਼ੱਦਦ ਕੀਤਾ, ਹੁਣ ਉਹਨਾਂ ਨੂੰ ਕਿਤੇ ਅੱਤਵਾਦੀ ਕਿਤੇ ਖਾਲਿਸਤਾਨੀ ਕਹਿ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਮੋਦੀ ਸਾਹਿਬ ਮਨ ਕੀ ਬਾਤ 'ਚ ਖੇਤੀ ਬਿੱਲਾਂ ਬਾਰੇ ਨਾ ਦੇਣ ਸਪਸ਼ਟੀਕਰਨ। ਤੁਸੀਂ ਕੋਈ ਮੁਹੂਰਤ ਕਢਾਇਆ ਹੋਇਆ 3 ਤਰੀਕ ਦਾ, ਜਦੋਂ ਕਿਸਾਨ ਪਰਸੋਂ ਦੇ ਉੱਤੇ ਠੰਡ 'ਚ ਬੈਠੇ ਆ, ਬਜ਼ੁਰਗ ਬੈਠੇ ਆ, ਬੀਬੀਆਂ ਬੈਠੀਆਂ, ਬੱਚੇ ਬੈਠੇ ਆ, ਤੇ ਇਹਦੇ ਨਾਲੋਂ ਜ਼ਿਆਦਾ ਜ਼ਰੂਰੀ ਕੰਮ ਕਿਹੜਾ ਤੁਹਾਨੂੰ ਇਮੀਡੀਏਟਲੀ ਗੱਲਬਾਤ ਕਰਨੀ ਚਾਹੀਦੀ ਹੈ। ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਦਿੱਲੀ 'ਚ ਚੱਲ ਰਹੇ ਅੰਦੋਲਨ ਤੇ ਬੋਲਦਿਆਂ ਹੋਇਆਂ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਸਿਖਰਾਂ ਤੇ ਹੈ ਅਤੇ ਇਹ ਲਹਿਰ ਹੁਣ ਪੂਰੇ ਦੇਸ਼ ਵਿੱਚ ਬਣਦੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਫਸੋਸ ਇਸ ਗੱਲ ਦਾ ਹੈ ਕਿ ਕੇਂਦਰ ਸਰਕਾਰ ਨੂੰ ਜੋ ਆਪਣੀ ਗੰਭੀਰਤਾ ਇਸ ਮਾਮਲੇ ਤੇ ਦਿਖਾਉਣੀ ਚਾਹੀਦੀ ਹੈ ਉਹ ਦੇਖੀ ਨਹੀਂ ਗਈ। ਕੱਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਨ ਦੀ ਬਾਤ ਵਿੱਚ ਇਹਨਾਂ ਬਿੱਲਾਂ ਨੂੰ ਲੈ ਕੇ ਕਿਹਾ ਗਿਆ ਕਿ ਬੜੀ ਪੜਤਾਲ ਤੋਂ ਬਾਅਦ ਇਹ ਬਿੱਲ ਬਣਾਏ ਗਏ ਨੇ, ਪਰ ਦੂਜੇ ਪਾਸੇ ਲੋਕਾਂ ਨੂੰ ਇਹ ਪਤਾ ਹੈ ਕਿ ਕਿੰਨੀ ਜਲਦਬਾਜ਼ੀ ਅਤੇ ਧੱਕੇ ਦੇ ਨਾਲ ਇਹ ਬਿੱਲ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਕਰਾ ਕੇ ਕਿਸਾਨਾਂ ਤੇ ਥੋਪ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਇਸ ਅੰਦੋਲਨ ਨੂੰ ਖਤਮ ਕਰਨ ਦੇ ਲਈ ਉਨ੍ਹਾਂ ਨੂੰ ਇੱਕ ਮੈਦਾਨ ਦਿੱਤਾ ਜਾ ਰਿਹਾ ਹੈ ਕਿ ਜਾ ਕੇ ਤੁਸੀਂ ਉੱਥੇ ਬੈਠ ਜਾਓ ਤਾਂ ਜੋ ਉਨ੍ਹਾਂ ਦੀ ਕੋਈ ਗੱਲ ਨਾ ਸੁਣੀ ਜਾਵੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਅਤੇ ਬਜ਼ੁਰਗ ਕਿਸਾਨ ਤੇ ਮਹਿਲਾਵਾਂ ਇਸ ਅੰਦੋਲਨ ਦੇ ਵਿੱਚ ਇਸ ਅੰਤ ਦੀ ਸਰਦੀ ਦੇ ਵਿੱਚ ਖੁੱਲੇ ਅਸਮਾਨ 'ਚ ਸੌਣ ਲਈ ਮਜਬੂਰ ਹੋ ਗਏ ਨੇ। ਹੋਰ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ 3 ਦਸੰਬਰ ਦੀ ਕਿਸਾਨਾਂ ਨਾਲ ਮੀਟਿੰਗ ਨੂੰ ਵਾਰ-ਵਾਰ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕੇਂਦਰ ਤੋਂ ਪੁੱਛਣਾ ਚਾਹੁੰਦੇ ਨੇ ਕਿ ਉਹਨਾਂ ਨੇ ਕਿਸ ਪੰਡਤ ਤੋਂ ਇਹ ਮੂਰਤ ਕਢਵਾਇਆ ਕਿ 3 ਦਸੰਬਰ ਨੂੰ ਹੀ ਕਿਸਾਨਾਂ ਨਾਲ ਮੀਟਿੰਗ ਕੀਤੀ ਜਾਵੇਗੀ। ਕੋਈ ਸਰਲ ਤਰੀਕਾ ਸਿੱਧੀ ਬੈਠਕ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਹੁਣ ਤੱਕ ਚੰਗੇ ਮਾਹੌਲ ਦੇ ਵਿੱਚ ਕਿਸਾਨਾਂ ਦੀ ਗੱਲ ਸੁਣੀ ਜਾਂਦੀ ਤਾਂ ਉਹਨਾਂ ਨੇ ਹੁਣ ਤੱਕ ਵਾਪਸ ਵੀ ਆ ਜਾਣਾ ਸੀ। ਕਿਸਾਨ ਉੱਥੇ ਸੰਘਰਸ਼ ਦੇ ਲਈ ਗਏ ਹੋਏ ਨੇ, ਨਾ ਕਿ ਉੱਥੇ ਰਹਿਣ ਦੇ ਲਈ। ਪਰ ਜਦੋਂ ਇਹ ਇਸ਼ਾਰੇ ਦਿੱਤੇ ਜਾਣ ਕਿ ਗਰਾਊਂਡ ਦੇ ਵਿੱਚ ਜਾ ਕੇ ਬੈਠ ਜਾਓ ਜਾਂ ਫਿਰ ਕਿਤੇ ਹੋਰ ਜਾ ਕੇ ਬੈਠ ਜਾਓ, ਇਸ ਦਾ ਮਕਸਦ ਤਾਂ ਇਹ ਹੈ ਕਿ ਸਰਕਾਰ ਆਪਣਾ ਟਾਈਮ ਟਪਾਉਣਾ ਚਾਹੁੰਦੀ ਹੈ, ਨਾ ਕਿ ਇਸ ਵੱਡੇ ਮਾਮਲੇ ਤੇ ਗੰਭੀਰਤਾ ਦਿਖਾਉਣਾ ਚਾਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਹਰਿਆਣਾ ਦੀ ਖੱਟੜ ਸਰਕਾਰ ਨੇ ਕਿਸਾਨਾਂ ਦੇ ਉੱਤੇ ਜ਼ੁਲਮ ਕੀਤਾ ਤੇ ਹੁਣ ਉਨ੍ਹਾਂ ਨੂੰ ਕਦੇ ਆਤੰਕਵਾਦੀ ਕਦੇ ਖਾਲਿਸਤਾਨੀ ਕਹਿ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉਨ੍ਹਾਂ ਅੱਗੇ ਬੀਜੇਪੀ ਤੇ ਬੋਲਦਿਆਂ ਹੋਇਆਂ ਕਿਹਾ ਕਿ ਬੀਜੇਪੀ ਦੇ ਬੁਲਾਰੇ ਕਿਸਾਨਾਂ ਦੇ ਲਈ ਲਗਾਏ ਗਏ ਲੰਗਰਾਂ ਤੇ ਵੀ ਇਤਰਾਜ਼ ਕਰ ਰਹੇ ਨੇ, ਜੋ ਕਿ ਗੁਰੂ ਨਾਨਕ ਦੇਵ ਜੀ ਦੀ ਬਹੁਤ ਵੱਡੀ ਦੇਣ ਹੈ। ਮਾਨਵਤਾ ਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਹੋਵੇ ਤਾਂ ਸਿੱਖ ਦਾ ਪੰਜਾਬੀਅਤ ਦਾ ਇਹ ਫਰਜ਼ ਹੁੰਦਾ ਹੈ ਕਿ ਉਹ ਆਪਣੇ ਦੁਸ਼ਮਣ ਨੂੰ ਵੀ ਲੰਗਰ ਛਕਾਉਂਦੇ ਨੇ ਅਤੇ ਬੀਜੇਪੀ ਦੇ ਬੁਲਾਰੇ ਵੀ ਲੰਗਰ ਪ੍ਰਥਾ ਦੇ ਉੱਤੇ ਹਮਲੇ ਕਰ ਰਹੇ ਨੇ। ਡਾਕਟਰ ਚੀਮਾ ਨੇ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਤੇ ਬੋਲਦਿਆਂ ਕਿਹਾ ਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਕਿਸਾਨਾਂ ਨੂੰ ਸੱਦਾ ਪੱਤਰ ਦੇ ਰਹੇ ਨੇ ਤੇ ਦੂਜੇ ਪਾਸੇ ਟੈਲੀਵਿਜ਼ਨ ਤੇ ਇਸ ਬਿੱਲ ਦੇ ਬਾਰੇ ਸਪਸ਼ਟੀਕਰਨ ਦਿੱਤਾ ਜਾ ਰਿਹਾ ਹੈ। ਇਸ ਗੱਲ ਤੋਂ ਇਹ ਪਤਾ ਲੱਗਦਾ ਹੈ ਕਿ ਇੰਨੀ ਛੇਤੀ ਇਹ ਮਾਮਲਾ ਸੁਲਝਣ ਵਾਲਾ ਨਹੀਂ ਹੈ। ਕਿਸਾਨ ਅੰਦੋਲਨ ਦੇ ਵਿੱਚ ਸ਼ਰਾਰਤੀ ਅੰਸਰਾਂ ਵੱਲੋਂ ਨੁਕਸਾਨ ਪਹੁੰਚਾਏ ਜਾ ਰਹੇ ਮਾਮਲੇ ਤੇ ਬੋਲਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਵੱਡੀ ਸੰਖਿਆ ਦੇ ਵਿੱਚ ਕਿਸਾਨ ਬਾਰਡਰਾਂ ਉੱਤੇ ਬੈਠੇ ਹੋਏ ਨੇ ਅਤੇ ਕੁਦਰਤੀ ਗੱਲ ਹੈ ਕਿ ਇਹਨਾਂ ਹਾਲਾਤਾਂ ਦਾ ਕੋਈ ਵੀ ਗਲਤ ਅੰਸਰ ਇਹਨਾਂ ਦਾ ਫਾਇਦਾ ਉਠਾ ਸਕਦਾ ਹੈ। ਇਹ ਤਾਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਸੁਰੱਖਿਆ ਦੇ ਲਈ ਕੁਝ ਕਰਨਾ ਚਾਹੀਦਾ ਹੈ। ਉਹਨਾਂ ਫਿਰ ਇੱਕ ਵਾਰ ਦੁਹਰਾਇਆ ਕਿ ਉਹ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਨੇ ਕਿ ਕਿਸਾਨਾਂ ਨੂੰ ਮੈਦਾਨਾਂ ਦੇ ਵਿੱਚ ਬਿਠਾਉਣ ਦੀ ਬਜਾਏ ਇਹਨਾਂ ਦੀ ਸਮੱਸਿਆ ਦਾ ਹੱਲ ਕਰਕੇ ਇਹਨਾਂ ਨੂੰ ਜਲਦ ਤੋਂ ਜਲਦ ਘਰੇ ਭੇਜਿਆ ਜਾਵੇ। ਉਹਨਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਹੋਰ ਵੀ ਅੱਗੇ ਬਹੁਤ ਸਾਰੇ ਕੰਮ ਹੁੰਦੇ ਨੇ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਇੱਕ ਪਾਸੇ ਕਿਸਾਨਾਂ ਦਾ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ, ਪਰ ਕੇਂਦਰ ਸਰਕਾਰ ਇਸ ਦੇ ਬਾਰੇ ਫਿਰ ਵੀ ਗੰਭੀਰਤਾ ਦੇ ਨਾਲ ਨਹੀਂ ਸੋਚ ਰਹੀ। ਕਿਸਾਨੀ ਅੰਦੋਲਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਤੇ ਵਰਦਿਆਂ ਕਿਹਾ ਕਿ ਜ਼ਿਆਦਾਤਰ ਕਿਸਾਨ ਹਰਿਆਣਾ ਅਤੇ ਪੰਜਾਬ ਦੇ ਨੇ ਅਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਦੋਨੋਂ ਆਪਸ ਦੇ ਵਿੱਚ ਬਿਆਨਬਾਜ਼ੀ ਤੋਂ ਗੁਰੇਜ਼ ਕਰਦਿਆਂ ਇਹਨਾਂ ਦੋਨਾਂ ਮੁੱਖ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਦੇ ਕੋਲ ਬੈਠ ਕੇ ਇਹਨਾਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ, ਨਾ ਕਿ ਆਪਸੀ ਬਿਆਨਬਾਜ਼ੀ ਕਰਨੀ ਚਾਹੀਦੀ ਹੈ ਤੇ ਹੁਣ ਆਪਣੇ ਘਰੇ ਬੈਠ ਕੇ ਇੱਕ ਦੂਜੇ ਨੂੰ ਟਿਚਰਾ ਕਰ ਰਹੇ ਨੇ। ਇਸ ਤੋਂ ਇਲਾਵਾ ਡਾਕਟਰ ਚੀਮਾ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਦੇ ਵੱਲੋਂ ਹਰਿਆਣਾ ਸਰਕਾਰ ਨੂੰ ਕਹਿ ਕੇ ਬੜੀਆਂ ਰੋਕਾਂ ਲਗਾਈਆਂ ਗਈਆਂ ਅਤੇ ਪਾਣੀ ਦੇ ਛਿੜਕਾਅ ਕਰਵਾਏ ਗਏ, ਲਾਠੀ ਚਾਰਜ ਕਰਵਾਇਆ ਗਿਆ, ਅਥਰੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਹੁਣ ਜਦੋਂ ਕਿਸਾਨ ਇਹਨਾਂ ਦੀ ਪਰਵਾਹ ਨਾ ਕੀਤੇ ਹੋਏ ਦਿੱਲੀ ਪਹੁੰਚ ਗਏ ਨੇ ਤਾਂ ਹੁਣ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।
ਇਸ ਤੋਂ ਇਲਾਵਾ ਗੁਰਪੁਰਬ ਦੇ ਦਿਹਾੜੇ ਤੇ ਪੰਜਾਬ ਦੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਇੱਕ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਨੇ ਇਸ ਖੇਤੀ ਦੇ ਕਿੱਤੇ ਨੂੰ ਵੀ ਬਹੁਤ ਵੱਡਾ ਮਾਣ ਦਿੱਤਾ ਹੈ ਤੇ ਉਹਨਾਂ ਨੇ ਆਪ ਵੀ ਕਿਰਤ ਆਪਣੇ ਹੱਥਾਂ ਨਾਲ ਕੀਤੀ ਹੈ ਅਤੇ ਗੁਰੂ ਨਾਨਕ ਦੇਵ ਜੀ ਨੇ ਜੋ ਮਾਨਵਤਾ ਦੀ ਸੇਵਾ ਦੇ ਲਈ ਲੰਗਰ ਪ੍ਰਥਾ ਦਾ ਉਪਦੇਸ਼ ਦਿੱਤਾ ਸੀ ਉਹ ਅੱਜ ਵੀ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਲਗਾਏ ਜਾ ਰਹੇ ਨੇ। ਭਾਵੇਂ ਕਿ ਪੁਲਿਸ ਦੇ ਵੱਲੋਂ ਉਹਨਾਂ ਤੇ ਲਾਠੀ ਚਾਰਜ ਕੀਤਾ ਜਾਂਦਾ ਹੈ, ਪਾਣੀ ਦੀਆਂ ਬੌਛਾੜਾਂ ਮਾਰੀਆਂ ਜਾਂਦੀਆਂ ਨੇ, ਫਿਰ ਵੀ ਪੰਜਾਬ ਦਾ ਕਿਸਾਨ ਉਹਨਾਂ ਪੁਲਿਸ ਵਾਲਿਆਂ ਨੂੰ ਲੰਗਰ ਛਕਾਉਂਦਾ ਹੈ। ਕਿਸਾਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਚੰਗੀ ਤਰ੍ਹਾਂ ਯਾਦ ਰੱਖਿਆ ਹੋਇਆ ਹੈ। ਉਹਨਾਂ ਅੱਗੇ ਅਰਦਾਸ ਕਰਦਿਆਂ ਹੋਇਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਗੁਰੂ ਨਾਨਕ ਦੇਵ ਜੀ ਆਪਣੀ ਮਿਹਰ ਕਰਨਗੇ ਅਤੇ ਗੁਰਪੁਰਬ ਵਾਲੇ ਦਿਨ ਇਹ ਕਿਸਾਨਾਂ ਦਾ ਮਸਲਾ ਹੱਲ ਹੋਵੇਗਾ ਅਤੇ ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਇਹਨਾਂ ਸਾਰੇ ਕਿਸਾਨਾਂ ਨੂੰ ਮਿਲੇ। ਕਿਸਾਨੀ ਅੰਦੋਲਨ ਤੇ ਸਿਖਰਾਂ ਦੇ ਉੱਤੇ ਇੱਕ ਲੋਕ ਲਹਿਰ ਜਿਹੜੀ ਆ ਉਹ ਇਸ ਵੇਲੇ ਸਾਰੇ ਦੇਸ਼ ਦੇ ਵਿੱਚ ਬਣਦੀ ਨਜ਼ਰ ਆਉਂਦੀ ਹੈ ਜੀ। ਪਰ ਅਫਸੋਸ ਇਸ ਗੱਲ ਦਾ ਹੈ ਕਿ ਕੇਂਦਰ ਸਰਕਾਰ ਨੂੰ ਜੋ ਗੰਭੀਰਤਾ ਦਿਖਾਉਣੀ ਚਾਹੀਦੀ ਸੀ, ਅੱਜ ਵੀ ਪ੍ਰਧਾਨ ਮੰਤਰੀ ਜੀ ਦਾ ਭਾਸ਼ਣ ਜਿਹੜਾ ਉਹ ਬਿੱਲਾਂ ਨੂੰ ਜਸਟੀਫਾਈ ਕਰਨ ਦੇ ਉੱਤੇ ਹੀ ਹੈ ਔਰ ਉਹ ਕਹਿ ਰਹੇ ਆ ਕਿ ਬਹੁਤ ਬ੍ਰੇਨ ਸਟਾਰਮਿੰਗ ਕਰਨ ਤੋਂ ਬਾਅਦ ਇਹ ਬਿੱਲ ਪਾਸ ਕੀਤੇ ਗਏ ਆ, ਜਦੋਂ ਕਿ ਸਾਰੀ ਦੁਨੀਆ ਨੂੰ ਪਤਾ ਹੈ ਕਿ ਕਿੰਨੀ ਕਾਹਲੀ ਦੇ ਵਿੱਚ ਧੱਕੇ ਦੇ ਨਾਲ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਇਹ ਪਾਸ ਕਰਾਏ ਗਏ। ਕਿਸਾਨਾਂ ਨੂੰ ਇਹ ਟਿਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਇੱਕ ਗਰਾਊਂਡ ਦੇ ਵਿੱਚ ਜਾ ਕੇ ਬੈਠ ਜਾਓ ਵੀ ਤਾਂ ਜੋ ਆਪੇ ਉੱਥੇ ਬੈਠੇ ਰਹਿਣ ਤੇ ਕੋਈ ਉਹਨਾਂ ਦੀ ਗੱਲ ਦੱਸੋ। ਪਹਿਲਾਂ ਤਾਂ ਮੈਂ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ 3 ਤਰੀਕ ਦਾ ਕੀ ਮਤਲਬ? ਤੁਸੀਂ ਕੋਈ ਮੁਹੂਰਤ ਕਢਾਇਆ ਹੋਇਆ 3 ਤਰੀਕ ਦਾ? ਜਦੋਂ ਕਿਸਾਨ ਪਰਸੋਂ ਦੇ ਉੱਤੇ ਠੰਡ 'ਚ ਬੈਠੇ ਆ, ਬਜ਼ੁਰਗ ਬੈਠੇ ਆ, ਬੀਬੀਆਂ ਬੈਠੀਆਂ, ਬੱਚੇ ਬੈਠੇ ਆ, ਤੇ ਇਹਦੇ ਨਾਲੋਂ ਜ਼ਿਆਦਾ ਜ਼ਰੂਰੀ ਕੰਮ ਕਿਹੜਾ ਤੁਹਾਨੂੰ ਇਮੀਡੀਏਟਲੀ ਗੱਲਬਾਤ ਕਰਨੀ ਚਾਹੀਦੀ? ਹੁਣ ਤੱਕ ਤਾਂ ਜੇ ਗੱਲਬਾਤ ਚੰਗੇ ਮਾਹੌਲ ਦੇ ਵਿੱਚ ਹੋ ਜਾਂਦੀ ਤਾਂ ਉਹਨਾਂ ਦੀ ਗੱਲ ਮੰਨੀ ਜਾਂਦੀ ਤੇ ਵਾਪਸ ਆ ਜਾਂਦੇ। ਉਹ ਸੰਘਰਸ਼ ਵਾਸਤੇ ਉੱਥੇ ਗਏ ਆ, ਨਾ ਕਿ ਉੱਥੇ ਰਹਿਣ ਗਏ ਆ। ਪਰ ਜਿਸ ਤਰ੍ਹਾਂ ਦੇ ਇਸ਼ਾਰੇ ਦਿੱਤੇ ਜਾ ਰਹੇ ਆ ਕਿ ਤੁਸੀਂ ਫਲਾਣੀ ਗਰਾਊਂਡ 'ਚ ਬੈਠ ਜਾਓ, ਇਸ ਤਰ੍ਹਾਂ ਬੈਠ ਜਾਓ, ਉਹਦਾ ਮਤਲਬ ਹੈ ਕਿ ਗੌਰਮੈਂਟ ਟਾਈਮ ਟਪਾਉਣਾ ਚਾਹੁੰਦੀ ਹੈ। ਪਰ ਕਿਸਾਨਾਂ ਦਾ ਪਹਿਲਾਂ ਹਰਿਆਣੇ ਨੇ ਤਸ਼ੱਦਦ ਕੀਤਾ, ਹੁਣ ਉਹਨਾਂ ਨੂੰ ਕਿਤੇ ਅੱਤਵਾਦੀ ਕਿਤੇ ਖਾਲਿਸਤਾਨੀ ਕਹਿ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਲੰਗਰਾਂ ਦੇ ਉੱਤੇ ਵੀ ਇਤਰਾਜ਼ ਕਰ ਰਹੇ ਆ, ਜਿਹੜੀ ਕਿ ਮੈਂ ਸਮਝਦਾ ਗੁਰੂ ਨਾਨਕ ਸਾਹਿਬ ਦੀ ਐਡੀ ਵੱਡੀ ਦੇਣ ਹੈ ਮਾਨਵਤਾ ਨੂੰ ਕਿ ਜਿੱਥੇ ਵੀ ਕਿਤੇ ਮੁਸੀਬਤ ਆਉਂਦੀ ਹੈ ਆਪਣੇ ਦੁਸ਼ਮਣਾਂ ਨੂੰ ਵੀ ਜਾ ਕੇ ਅਸੀਂ ਤਾਂ ਲੰਗਰ ਛਕਾਉਂਦੇ ਹਾਂ, ਤੇ ਇਹਨਾਂ ਦੇ ਲੋਕੀ ਲੰਗਰ ਦੇ ਉੱਤੇ ਵੀ, ਲੰਗਰ ਦੀ ਪ੍ਰਥਾ ਦੇ ਉੱਤੇ ਵੀ ਹਮਲੇ ਕਰ ਰਹੇ। ਇਸ ਕਰਕੇ ਬੜੀ ਅਫਸੋਸਨਾਕ ਸਥਿਤੀ ਹੈ। ਪਰ ਮੈਂ ਫਿਰ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਬੜੀ ਵੱਡੀ ਤੁਹਾਡੀ ਜ਼ਿੰਮੇਵਾਰੀ ਹੈ, ਬਹੁਤ ਵੱਡੀ ਬੇਚੈਨੀ ਜਿਹੜੇ ਉੱਥੇ ਪਹੁੰਚ ਗਏ ਉਹ ਤਾਂ ਹੈ ਹੀ ਆ, ਜਿਹੜੇ ਘਰਾਂ 'ਚ ਬੈਠੇ ਆ ਉਹਨਾਂ ਦੇ ਵਿੱਚ ਬਹੁਤ ਬੇਚੈਨੀ। ਇਸ ਕਰਕੇ ਇਮੀਡੀਏਟਲੀ ਇਹ ਮਸਲਾ ਹੱਲ ਹੋਣਾ ਚਾਹੀਦਾ। ਸਰ, ਹਰਿਆਣਾ ਦੇ ਮੁੱਖ ਮੰਤਰੀ ਖੱਟਰ ਵੱਲੋਂ ਐਡੀ ਭਾਰੀ ਤਾਦਾਦ ਦੇ ਵਿੱਚ ਕਿਸਾਨਾਂ ਉੱਤੇ ਮਾਮਲੇ ਦਰਜ ਕਰਨਾ ਤੇ ਦੂਜੇ ਪਾਸੇ ਅਮਿਤ ਸ਼ਾਹ ਵੱਲੋਂ ਕਿਸਾਨਾਂ ਨੂੰ ਸੱਦਾ ਪੱਤਰ ਦੇਣਾ, ਕਿਸ ਤਰ੍ਹਾਂ ਦੇਖਦੇ ਹੋ ਕਿ ਹਜੇ ਵੀ ਕਿਸਾਨਾਂ ਨੂੰ ਟਰਕਾਉਣ ਦੀ ਕੋਸ਼ਿਸ਼ ਕਰ ਰਿਹਾ ਕੇਂਦਰ, ਜਾਂ ਹੁਣ ਘੇਰਾ ਪੈਣ ਤੋਂ ਬਾਅਦ ਕੁਝ ਗੰਭੀਰ ਨਜ਼ਰ ਆ ਰਿਹਾ ਹੈ? ਦੇਖੋ, ਜਿਸ ਤਰ੍ਹਾਂ ਦੀਆਂ ਜਸਟੀਫਿਕੇਸ਼ਨ ਦਿੱਤੀਆਂ ਜਾ ਰਹੀਆਂ ਅਮਿਤ ਸ਼ਾਹ ਜੀ ਵੱਲੋਂ, ਪ੍ਰਧਾਨ ਮੰਤਰੀ ਜੀ ਵੱਲੋਂ, ਤੁਸੀਂ ਸੱਦਾ ਪੱਤਰ ਕਾਹਦਾ ਦੇ ਰਹੇ ਜਦੋਂ ਤੁਸੀਂ ਟੈਲੀਵਿਜ਼ਨਾਂ ਦੇ ਉੱਤੇ ਪ੍ਰਚਾਰ ਰਹੇ ਹੋ ਕਿ ਬਿੱਲ ਠੀਕ ਨੇ? ਇਹ ਤਾਂ ਦੂਜੇ ਨੂੰ ਜਿਹੜੀ ਹੈਗੀ ਪ੍ਰਵੋਕ ਕਰਨ ਵਾਲੀ ਗੱਲ ਹੁੰਦੀ। ਇਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਜੇ ਕੋਈ ਕਮੀ ਰਹਿ ਗਈ ਹੈ ਤਾਂ ਆਓ ਅਸੀਂ ਬੈਠੋ। ਇਹ ਤਾਂ ਗੱਲਾਂ ਹੀ ਹੋਰ ਤਾਂ ਨਹੀਂ ਸੁਣਦੇ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਹੈਗੀ ਹੈ ਇਸ ਤਰੀਕੇ ਦੇ ਨਾਲ ਮਸਲਾ ਛੇਤੀ ਹੱਲ ਹੋਵੇ। ਪਰ ਸਾਡੀ ਅਰਦਾਸ ਹੈ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਠੰਡ ਦੇ ਵਿੱਚ ਮੁਸ਼ਕਿਲ ਹਾਲਾਤਾਂ ਦੇ ਵਿੱਚ ਉੱਥੇ ਬਜ਼ੁਰਗ ਬੀਬੀਆਂ ਬੱਚੇ ਗਏ ਆ, ਛੇਤੀ ਮਸਲਾ ਹੱਲ ਹੋ ਜਾਏਗਾ। ਡਾਕਟਰ ਸਾਹਿਬ, ਇੱਕ ਬੜਾ ਗੰਭੀਰ ਮਸਲਾ ਬਣਿਆ ਹੋਇਆ ਹੈ ਕਿਸਾਨ ਅੰਦੋਲਨ ਦੇ ਵਿੱਚ। ਬੀਤੀ ਰਾਤ ਤੋਂ ਖਬਰਾਂ ਆ ਰਹੀਆਂ ਕਿ ਉਹਨਾਂ ਨੂੰ ਕੁਝ ਜੋ ਗੈਰ ਪਹਿਚਾਣ ਵਾਲੇ ਲੋਕ ਹੈ ਕਿਸੇ ਪ੍ਰਕਾਰ ਦੇ ਉਹ ਲੰਗਰ ਲਗਾ ਰਹੇ ਨੇ, ਜਿਨ੍ਹਾਂ ਨਾਲ ਕਿਸਾਨਾਂ ਦੀ ਕੁਝ ਸਿਹਤ ਵੀ ਖਰਾਬ ਹੋਣ ਦੇ ਸਮਾਚਾਰ ਰਹੇ ਆ, ਜਾਂ ਉਹਨਾਂ ਦੇ ਟਰੈਕਟਰਾਂ ਦੇ ਵਿੱਚ ਸੂਏ ਮਾਰੇ ਜਾ ਰਹੇ ਨੇ। ਉਸ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਮਸ਼ਵਰਾ ਦਿੰਦੇ ਹੋ? ਜਿਸ ਤਰ੍ਹਾਂ DGMC ਵੀ ਸੇਵਾ ਨਿਭਾ ਰਹੀ ਹੈ ਕਿ ਕਿਸਾਨਾਂ ਨੂੰ ਕਾਫੀ ਬਚ ਕੇ ਔਰ ਕਾਫੀ ਜਿਹੜੀ ਕਈ ਤਰ੍ਹਾਂ ਦੀਆਂ ਸਿਆਸਤਾਂ ਹੋ ਸਕਦੀਆਂ ਇਸ ਅੰਦੋਲਨ ਵਿੱਚ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਗੱਲ ਇਹ ਹੈ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜਦੋਂ ਕਿਸਾਨ ਉੱਥੇ ਬੈਠੇ ਆ ਤੇ ਕੁਦਰਤੀ ਗੱਲ ਹੈ ਇਹਨਾਂ ਹਾਲਾਤਾਂ ਦਾ ਕੋਈ ਵੀ ਜਿਹੜਾ ਨਜਾਇਜ਼ ਫਾਇਦਾ ਉਠਾ ਸਕਦਾ। ਇਹ ਤਾਂ ਹੁਣ ਕੇਂਦਰ ਨੂੰ ਫਿਕਰ ਹੋਣਾ ਚਾਹੀਦਾ। ਮੈਂ ਤਾਂ ਹੀ ਕਹਿ ਰਿਹਾ ਨਾ, ਤੁਸੀਂ ਗਰਾਊਂਡਾਂ ਦੇ ਵਿੱਚ ਬਿਠਾਉਣ ਦੀ, ਸਟੇਡੀਅਮ ਦੇ ਵਿੱਚ ਬਿਠਾਉਣ ਦੀਆਂ ਗੱਲਾਂ ਕਰੀ ਜਾਂਦੇ ਹੋ, ਤੁਸੀਂ ਇਹ ਚਿੰਤਾ ਕਿਉਂ ਨਹੀਂ ਕਰਦੇ ਕਿ ਛੇਤੀ ਆਪਣੇ ਘਰਾਂ 'ਚ ਜਾਣ? ਪਿੱਛੇ ਕਣਕ ਦੀ ਬਿਜਾਈ ਦਾ ਟਾਈਮ ਹੈ, ਉਹ ਕੋਈ ਵਿਹਲੇ ਤਾਂ ਨਹੀਂ ਹੈ। ਉਹਨਾਂ ਦਾ ਕਿੰਨਾ ਘਰਾਂ ਦਾ ਨੁਕਸਾਨ ਹੋ ਰਿਹਾ, ਉਹਨਾਂ ਦਾ ਪਿੱਛੇ ਖੇਤੀ ਦਾ ਨੁਕਸਾਨ ਹੋ ਰਿਹਾ। ਇਸ ਕਰਕੇ ਤੁਸੀਂ ਉਹਨਾਂ ਨੂੰ ਵਿਹਲੇ ਕਰੋ। ਇਹੀ ਜਿਹੜੇ ਸਾਧਨ ਨੇ ਉਹਨਾਂ ਦੇ ਖੇਤੀ 'ਤੇ ਜਾ ਕੇ ਉਹਦੀ ਲੋੜ ਹੈ ਖੇਤਾਂ ਦੇ ਵਿੱਚ। ਪਰ ਅਫਸੋਸ ਹੈ ਕਿ ਇਸ ਮਸਲੇ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਵੀ ਇੱਥੇ ਬੈਠੇ ਬਿਆਨਬਾਜ਼ੀ ਕਰੀ ਜਾਂਦੇ।
ਖੱਟੜ ਸਾਹਿਬ ਦੀ ਤੇ ਸਾਡੇ ਮੁੱਖ ਮੰਤਰੀ ਦੋਨਾਂ ਦੀ ਇਹ ਡਿਊਟੀ ਬਣਦੀ ਸੀ ਕਿ ਜ਼ਿਆਦਾ ਕਿਸਾਨ ਪੰਜਾਬ ਤੇ ਹਰਿਆਣੇ ਨਾਲ ਆ, ਇਹਨਾਂ ਨੂੰ ਦਿੱਲੀ ਜਾ ਕੇ ਡੇਰਾ ਲਾ ਕੇ ਪ੍ਰਧਾਨ ਮੰਤਰੀ ਕੋਲ ਬੈਠਣਾ ਚਾਹੀਦਾ ਸੀ ਕਿ ਸਾਡੇ ਕਿਸਾਨਾਂ ਦੀ ਗੱਲ ਸੁਣੋ। ਇਹਨਾਂ ਨੂੰ ਹੋਮ ਮਿਨਿਸਟਰ ਕੋਲ ਬੈਠਣਾ ਚਾਹੀਦਾ ਸੀ, ਖੇਤੀ ਮੰਤਰੀ ਕੋਲ ਬੈਠਣਾ ਚਾਹੀਦਾ ਸੀ, ਪਰ ਇਹ ਬੈਠੇ ਇੱਕ ਦੂਜੇ ਨੂੰ ਉੱਥੇ ਕਿਸ ਤਰ੍ਹਾਂ ਕਰਦੇ ਪਏ, ਸਾਰੇ ਗੈਰ ਜ਼ਿੰਮੇਵਾਰ ਤਰੀਕੇ ਨਾਲ ਕੰਮ ਕਰ ਰਹੇ। ਸਰ ਆਖਰੀ ਸਵਾਲ ਹੈ, ਇੱਕ ਵਾਇਰਲ ਵੀਡੀਓ ਹੋ ਰਹੀ ਹੈ ਕਿ ਕਾਫੀ ਕਿਸਾਨਾਂ ਨੂੰ ਇੱਕ ਕਿਸੇ ਸਟੇਡੀਅਮ 'ਚ ਲਿਜਾਇਆ ਗਿਆ ਹੈ। ਖੈਰ ਉਸ ਗੱਲ ਦੀ ਪੁਸ਼ਟੀ ਨਹੀਂ ਹੋਈ। ਇੱਕ ਪਾਸੇ ਸਰਕਾਰ ਗੱਲਬਾਤ ਦਾ ਸੱਦਾ ਦੇ ਰਹੀ ਤੇ ਉਹ ਅੰਦਰੋਂ ਦੱਸ ਰਹੇ ਨੇ ਬੜੇ ਹਾਲਾਤ ਮਾੜੇ ਨੇ ਤੇ ਸਾਨੂੰ ਕੈਦ ਰੂਪੀ ਇੱਥੇ ਸਟੇਡੀਅਮ 'ਚ ਰੱਖਿਆ ਹੈ। ਇਸ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਮੌਸਮ ਬੇਹੱਦ ਸਰਦੀ ਦਾ ਔਰ ਇਹਦੇ ਵਿੱਚ ਉਹਨਾਂ ਦੀ ਗਿਣਤੀ ਨੂੰ ਸਾਹਮਣੇ ਰੱਖਦਿਆਂ ਜਿਹੜੀ ਹੈਗੀ ਆ ਸਰਕਾਰ ਨੇ ਕੋਈ ਪ੍ਰਬੰਧ ਤਾਂ ਕੀਤੇ ਨਹੀਂ। ਸਰਕਾਰ ਨੇ ਤਾਂ ਇਹ ਪ੍ਰਬੰਧ ਕੀਤੇ ਸੀ ਕਿ ਹਰਿਆਣੇ ਦੀ ਸ਼ਕਤੀ ਵਰਤ ਕੇ ਸਰਕਾਰ ਦੀ ਤੇ ਉੱਥੇ ਵੱਡੀਆਂ ਰੋਕਾਂ ਲਾ ਕੇ ਕਿਤੇ ਸੜਕਾਂ ਪੁੱਟ ਦਿੱਤੀਆਂ, ਕਿਤੇ ਪੱਥਰ ਸੁੱਟ ਦਿੱਤੇ, ਕਿਤੇ ਮਿੱਟੀ ਸੁੱਟ ਦਿੱਤੀ। ਇਹਨਾਂ ਨੇ ਤਾਂ ਐਕਚੁਅਲੀ ਸੋਚਿਆ ਹੀ ਨਹੀਂ ਸੀ ਕਿ ਇੱਥੋਂ ਤੱਕ ਪਹੁੰਚ ਪਾਉਣਗੇ। ਇਹ ਤਾਂ ਕਿਸਾਨਾਂ ਦਾ ਜਜ਼ਬਾ ਆ ਜਿਹਨੂੰ ਮੈਂ ਸਲਾਮ ਕਰਦਾ ਕਿ ਉਹਨਾਂ ਨੇ ਕਿਸੇ ਵੀ ਗੱਲ ਦੀ ਪਰਵਾਹ ਨਹੀਂ ਕੀਤੀ ਤੇ ਹਿੰਮਤ ਮਾਰ ਕੇ ਦਿੱਲੀ ਦੇ ਬਾਰਡਰ ਤੇ ਪਹੁੰਚ ਗਏ। ਇਸ ਕਰਕੇ ਪ੍ਰਬੰਧ ਇਹਨਾਂ ਨੇ ਕੀਤੇ ਹੀ ਨਹੀਂ। ਇਹਨਾਂ ਨੇ ਤਾਂ ਕੁੱਟਣ ਦੇ, ਪਾਣੀ ਪਾਉਣ ਦੇ, ਖਰਾਬ ਕਰਨ ਦੇ, ਸੜਕਾਂ ਪੁੱਟਣ ਦੇ ਪ੍ਰਬੰਧ ਕੀਤੇ ਸੀ। ਉਹਨਾਂ ਦੇ ਰਹਿਣ ਦੇ ਤਾਂ ਪ੍ਰਬੰਧ ਕੀਤੇ ਨਹੀਂ ਇਹਨਾਂ ਨੇ। ਇਸ ਕਰਕੇ ਹੁਣ ਜਦੋਂ ਸਿਰ ਤੇ ਪਈ ਆ ਤਾਂ ਹੁਣ ਇਹਨਾਂ ਨੂੰ ਮੁਸੀਬਤ ਪਈ ਹੈ। ਸਰ ਕੱਲ ਗੁਰਪੁਰਬ ਦਾ ਜਿਹੜਾ ਹੈ ਦਿਹਾੜਾ ਵੀ ਉੱਥੇ ਹੀ ਮਨਾਉਣ ਦਾ ਫੈਸਲਾ ਕੀਤਾ ਕਿਸਾਨਾਂ ਵੱਲੋਂ, ਤੇ ਤੁਸੀਂ ਇਸ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਬਾਰਡਰ ਤੇ ਮਨਾਇਆ ਜਾਏਗਾ? ਦੇਖੋ ਮੈਂ ਸਮਝਦਾ ਕਿ ਗੁਰੂ ਨਾਨਕ ਸਾਹਿਬ ਇਹੋ ਜਿਹੀ ਮਹਾਨ ਸ਼ਖਸੀਅਤ ਹੋਏ ਆ ਜਿਨ੍ਹਾਂ ਨੇ ਇਸ ਖੇਤੀ ਦੇ ਕਿੱਤੇ ਨੂੰ ਵੀ ਬਹੁਤ ਵੱਡਾ ਮਾਨ ਦਿੱਤਾ। ਆਪ ਵੀ ਇਹ ਕਿਰਤ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਕੀਤੀ ਆ ਔਰ ਘਾਲ ਖਾਏ ਕੇ ਛੱਤੋਂ ਦੇ ਨਾਨਕ ਰਾਹ ਪਛਾਣੇ ਸੇ। ਔਰ ਅੱਜ ਵੀ ਕਿਸਾਨ ਤੁਸੀਂ ਦੇਖਿਆ ਕਿ ਜਿਹੜਾ ਉਹਨਾਂ ਨੇ ਮਾਨਵਤਾ ਵਾਸਤੇ ਸੰਦੇਸ਼ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ, ਅੱਜ ਵੀ ਜਿਹੜੇ ਕਿਸਾਨਾਂ ਦੇ ਲੰਗਰ ਹੈ ਭਾਵੇਂ ਉਹਨਾਂ ਦੇ ਪਾਣੀ ਦੀਆਂ ਵਿਛਾੜਾਂ ਪੁਲਿਸ ਕਰਦੀ ਹੈ, ਲਾਠੀਚਾਰਜ ਕਰਦੀ ਆ, ਤੇ ਜਿਹੜੇ ਲੰਗਰ ਛਕਾਏ ਜਾ ਰਹੇ ਆ ਉੱਥੇ ਅੱਜ ਵੀ ਕੋਈ ਜਾਂ ਭੇਦਭਾਵ ਨਹੀਂ। ਜੋ ਗੁਰੂ ਨਾਨਕ ਸਾਹਿਬ ਦੀ ਆਸਥਾ ਸੀ, ਜੋ ਸੰਦੇਸ਼ ਸੀ, ਉਹਦੇ ਮੁਤਾਬਕ ਹੀ ਆਸਥਾ ਰੱਖ ਕੇ ਛਕਾਏ ਜਾ ਰਹੇ। ਇਸ ਕਰਕੇ ਗੁਰੂ ਨਾਨਕ ਸਾਹਿਬ ਨੂੰ ਤੇ ਕਿਸਾਨਾਂ ਨੇ ਚੰਗੀ ਤਰ੍ਹਾਂ ਯਾਦ ਰੱਖਿਆ ਹੋਇਆ। ਔਰ ਕੱਲ੍ਹ ਉਹਨਾਂ ਦਾ ਪ੍ਰਕਾਸ਼ ਦਿਵਸ ਹੈ। ਮੈਂ ਸਮਝਦਾ ਕਿ ਗੁਰੂ ਮਹਾਰਾਜ ਕਿਰਪਾ ਕਰਨਗੇ ਕਿ ਗੁਰਪੁਰਬ ਵਾਲੇ ਦਿਨ ਜਿਹੜਾ ਮਸਲਾ ਇਹ ਹੱਲ ਹੋਵੇ, ਗੁਰੂ ਨਾਨਕ ਸਾਹਿਬ ਦਾ ਆਸ਼ੀਰਵਾਦ ਸਾਰੇ ਕਿਸਾਨਾਂ ਨੂੰ ਮਿਲੇ। ਇਹ ਮੇਰੀ ਸਾਰਿਆਂ ਵਾਸਤੇ ਅਰਦਾਸ ਹੈ। ਚੜ੍ਹਦੀ ਕਲਾ ਟਾਈਮ ਟੀਵੀ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਬੁੱਧ ਸਿੰਘ ਰਾਣਾ ਦੀ ਰਿਪੋਰਟ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ।